ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੀਆਂ ਵੱਡੀਆਂ ਖਬਰਾਂ। 6 ਮਾਰਚ ਨੂੰ ਸ਼ੁਰੂ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ। ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਦਿੱਤਾ ਜਾਵੇਗਾ ਤੋਹਫਾ। ਬਿਕਰਮ ਸਿੰਘ ਜੀਠੀਆ ਤੇ ਬੰਟੀ ਰੋਮਾਣਾ ਦੀ ਪਟੀਸ਼ਨ ਤੇ ਹਾਈ ਕੋਰਟ 'ਚ ਹੋਈ ਸੁਣਵਾਈ। ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ ਕੀਤਾ ਜਾਰੀ। ਅੱਜ ਪੰਜਾਬ ਆਉਣਗੇ ਰਾਹੁਲ ਗਾਂਧੀ। ਮਨਰੇਗਾ ਬਚਾਓ ਕਿਸਾਨ ਬਚਾਓ ਰੈਲੀ 'ਚ ਹੋਣਗੇ ਸ਼ਾਮਿਲ। ਸ਼ਰਾਬ ਘੁਟਾਲੇ 'ਚ ਕੇਜਰੀਵਾਲ ਦੇ ਬਰੀ ਹੋਣ ਤੇ ਸੀਐਮ ਭਗਵੰਤ ਮਾਨ ਦਾ ਵੱਡਾ ਬਿਆਨ। ਕਿਹਾ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਸੁਖਜਿੰਦਰ ਸਿੰਘ ਰੰਧਾਵਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੀ ਚਿੱਠੀ। ਕਿਹਾ ਸੀਬੀਆਈ ਜਾਂ NIA ਤੋਂ ਕਰਵਾਈ ਜਾਵੇ ਗੁਰਦਾਸਪੁਰ ਕਾਂਡ ਦੀ ਜਾਂਚ। ਦਿੱਲੀ ਵਿਧਾਨ ਸਭਾ ਕਮੇਟੀ ਅੱਗੇ ਪੇਸ਼ ਹੋਏ ਪੰਜਾਬ ਦੇ ਵੱਡੇ ਅਫਸਰ। ਸਪੀਕਰ ਨੇ ਕਿਹਾ ਮਰਿਆਦਾ ਨਾਲ ਸਮਝੌਤਾ ਨਹੀਂ। ਪੰਜਾਬ ਦੇ ਮੌਸਮ ਬਾਰੇ ਆਈ ਨਵੀਂ ਅਪਡੇਟ। ਮੌਸਮ ਵਿਭਾਗ ਨੇ 3 ਮਾਰਚ ਤੱਕ ਕੀਤੀ ਭਵਿੱਖਬਾਣੀ। SGPC ਵੱਲੋਂ ਗਿਆਨੀ ਰਘਵੀਰ ਸਿੰਘ ਤੇ ਸੁਣਾਏ ਗਏ ਫੈਸਲੇ ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ। ਕਿਹਾ ਗਿਆਨੀ ਰਘਵੀਰ ਸਿੰਘ ਵੱਲੋਂ ਲਾਏ ਗਏ ਇਲਜ਼ਾਮਾਂ ਦੀ ਕਰਾਈ ਜਾਵੇ ਜਾਂਚ। ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ। ਪਿੰਡ ਕੋਟ ਸ਼ਮੀਰ ਇੱਕ ਦੇ ਪਟਵਾਰੀ ਨੂੰ 10,000 ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਰੰਗੇ ਹੱਥੀ ਕੀਤਾ ਕਾਬੂ। ਪੰਜਾਬ ਸਰਕਾਰ ਨੂੰ ਵੱਡਾ ਝਟਕਾ। ਹਾਈ ਕੋਰਟ ਨੇ PSPCL ਦੀ ਜਾਇਦਾਦ ਦੀ ਵਿਕਰੀ ਤੇ ਰੋਕ ਰੱਖੀ ਬਰਕਰਾਰ। ਪੰਜਾਬ ਦੇ ਰਾਜਪਾਲ ਵੱਲੋਂ 16ਵੀਂ ਪੰਜਾਬ ਵਿਧਾਨ ਸਭਾ ਦਾ 12ਵਾਂ ਬਜਟ ਇਜਲਾਸ ਸੱਦ ਲਿਆ ਗਿਆ ਹੈ। ਰਾਜਪਾਲ ਵੱਲੋਂ 6 ਮਾਰਚ ਨੂੰ ਇਹ ਇਜਲਾਸ ਸੱਦਿਆ ਗਿਆ ਹੈ। ਵਿਧਾਨ ਸਭਾ ਦਾ ਬਜਟ ਇਜਲਾਸ ਸ਼ੁੱਕਰਵਾਰ ਸਵੇਰੇ 11 ਵਜੇ ਪੰਜਾਬ ਵਿਧਾਨ ਸਭਾ ਹਾਲ ਵਿਧਾਨ ਭਵਨ ਚੰਡੀਗੜ੍ਹ ਵਿਖੇ ਸ਼ੁਰੂ ਹੋਵੇਗਾ। 8 ਮਾਰਚ ਨੂੰ ਸੂਬਾ ਸਰਕਾਰ ਵੱਲੋਂ ਪੰਜਾਬ ਦਾ ਸਾਲਾਨਾ ਬਜਟ ਪੇਸ਼ ਕੀਤਾ ਜਾਵੇਗਾ। ਇਸ ਬਜਟ 'ਚ ਪੰਜਾਬ ਦੀਆਂ ਔਰਤਾਂ ਨੂੰ ਪੰਜਾਬ ਸਰਕਾਰ ਵੱਲੋਂ ਵੱਡਾ ਤੋਹਫਾ ਦਿੱਤਾ ਜਾਵੇਗਾ। ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ 1-1 ਰੁਪਇਆ ਦੇ ਕੇ ਆਪਣਾ ਵਾਅਦਾ ਪੂਰਾ ਕੀਤਾ ਜਾ ਸਕਦਾ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬਿਕਰਮ ਜੀਠੀਆ, ਬੰਟੀ ਰੋਮਾਣਾ ਤੇ ਕੰਵਰਜੀਤ ਸਿੰਘ ਸੰਧੂ ਦੀ ਇੱਕ ਪਟੀਸ਼ਨ ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕੀਤਾ ਹੈ। ਮਜੀਠੀਆ ਸਮੇਤ ਇਹਨਾਂ ਸਾਰਿਆਂ ਨੇ 6 ਨਵੰਬਰ 2021 ਨੂੰ ਚੰਡੀਗੜ੍ਹ 'ਚ ਉਹਨਾਂ ਵਿਰੁੱਧ ਦਰਜ ਕੀਤੀ FIR ਨੂੰ ਰੱਦ ਕਰਨ ਅਤੇ ਇਸ FIR ਤਹਿਤ ਕੀਤੀ ਜਾ ਰਹੀ ਕਾਰਵਾਈ ਦੀ ਮੰਗ ਕੀਤੀ ਹੈ। ਦੱਸ ਦਈਏ ਕਿ 6 ਨਵੰਬਰ 2021 ਨੂੰ ਬਿਕਰਮ ਜੀਠੀਆ ਨੇ ਵੱਡੀ ਗਿਣਤੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਪਾਰਟੀ ਮੈਂਬਰਾਂ ਨਾਲ ਮਿਲ ਕੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ ਸੀ, ਜਿਸ 'ਚ ਕਿਸਾਨਾਂ ਦੀਆਂ ਮੰਗਾਂ ਅਤੇ ਪੰਜਾਬ ਦੇ ਲੰਬਿਤ ਮੁੱਦਿਆਂ ਨੂੰ ਉਜਾਗਰ ਕੀਤਾ ਗਿਆ ਸੀ। ਇਹ FIR ਉਹਨਾਂ ਵਿਰੁੱਧ ਪ੍ਰਦਰਸ਼ਨ ਲਈ ਪਹਿਲਾਂ ਤੋਂ ਇਜਾਜ਼ਤ ਨਾ ਲੈਣ, ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਬੈਰੀਗੇਡ ਤੋੜਨ ਦੀ ਕੋਸ਼ਿਸ਼ ਕਰਨ ਅਤੇ ਪੁਲਿਸ ਮੁਲਾਜ਼ਮਾਂ ਨਾਲ ਝੜਪ ਦੇ ਦੋਸ਼ਾਂ ਤਹਿਤ ਦਰਜ ਕੀਤੀ ਗਈ ਸੀ। 28 ਫਰਵਰੀ ਯਾਨੀ ਅੱਜ ਬਰਨਾਲਾ ਦੀ ਅਨਾਜ ਮੰਡੀ ਵਿੱਚ ਕਾਂਗਰਸ ਪਾਰਟੀ ਵੱਲੋਂ ਇੱਕ ਵਿਸ਼ਾਲ ਮਹਾ ਰੈਲੀ ਕੀਤੀ ਜਾ ਰਹੀ ਹੈ। ਕਾਂਗਰਸ ਪਾਰਟੀ ਦੀ ਮਨਰੇਗਾ ਬਚਾਓ ਕਿਸਾਨ ਬਚਾਓ ਮੁਹਿੰਮ ਤਹਿਤ ਕਰਵਾਈ ਜਾ ਰਹੀ ਇਸ ਰੈਲੀ 'ਚ ਪਾਰਟੀ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਅੱਜ ਪੰਜਾਬ ਪਹੁੰਚਣਗੇ। ਉਹ ਬਰਨਾਲਾ 'ਚ ਰੱਖੀ ਗਈ ਰੈਲੀ 'ਚ ਸ਼ਾਮਿਲ ਹੋਣਗੇ। ਪਿਛਲੇ 1 ਹਫ਼ਤੇ ਤੋਂ ਇਸ ਰੈਲੀ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਬਰਨਾਲਾ ਦੀ ਦਾਣਾ ਮੰਡੀ 'ਚ ਇੱਕ ਵੱਡਾ ਪੰਡਾਲ ਤਿਆਰ ਕੀਤਾ ਜਾ ਰਿਹਾ ਹੈ। ਰਾਜਾ ਵੜਿੰਗ ਨੇ ਦੱਸਿਆ ਕਿ ਰਾਹੁਲ ਗਾਂਧੀ ਤਕਰੀਬਨ 11 ਵਜੇ ਬਰਨਾਲਾ ਪਹੁੰਚਣਗੇ। ਸ਼ਰਾਬ ਘੁਟਾਲੇ ਕੇਸ 'ਚ ਦਿੱਲੀ ਕੋਰਟ ਨੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ CBI ਕੇਸ 'ਚ ਬਰੀ ਕਰ ਦਿੱਤਾ ਹੈ। ਰਾਉਜ਼ ਐਵੀਨਿਊ ਕੋਰਟ ਨੇ ਕਿਹਾ ਕਿ ਦੋਵਾਂ ਖਿਲਾਫ ਬਿਨਾਂ ਸਬੂਤਾਂ ਦੇ ਦੋਸ਼ ਸਾਬਿਤ ਨਹੀਂ ਹੁੰਦਾ ਹੈ। ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਦੇ ਬਰੀ ਹੋਣ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜੀ ਨੂੰ ਦਿੱਲੀ ਦੀ ਮਾਣਯੋਗ ਅਦਾਲਤ ਵੱਲੋਂ ਸ਼ਰਾਬ ਘੁਟਾਲੇ 'ਚ ਬਰੀ ਕਰ ਦਿੱਤਾ ਗਿਆ ਹੈ। ਸੱਚਾਈ ਨੂੰ ਸਾਰਿਆਂ ਸਾਹਮਣੇ ਲਿਆ ਦਿੱਤਾ ਹੈ। ਸਮੇਂ ਦੇ ਨਾਲ ਬਾਕੀ ਸਾਰੇ ਮਾਮਲੇ ਦੀ ਸੱਚਾਈ ਵੀ ਸਾਹਮਣੇ ਆ ਜਾਵੇਗੀ। ਗੁਰਦਾਸਪੁਰ ਤੋਂ ਸੰਸਦ ਮੈਂਬਰ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਗੁਰਦਾਸਪੁਰ 'ਚ 2 ਪੁਲਿਸ ਮੁਲਾਜ਼ਮਾਂ ਦੇ ਕਤਲ ਦੀ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਸੁਖਜਿੰਦਰ ਰੰਧਾਵਾ ਨੇ ਚਿੰਤਾ ਪ੍ਰਗਟਾਈ ਹੈ ਕਿ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਦੇਸ਼ ਆਪਰੇਸ਼ਨ ਸਿੰਧੂਰ ਵਰਗੇ ਅਭਿਆਨਾਂ ਕਾਰਨ ਹਾਈ ਅਲਰਟ 'ਤੇ ਹੈ। ਉਹਨਾਂ ਨੇ ਅਨੁਸਾਰ ਆਪਰੇਸ਼ਨ ਸਿੰਧੂਰ ਵਰਗੇ ਅਭਿਆਨਾਂ ਕਾਰਨ ਹਾਈ ਅਲਰਟ 'ਤੇ ਹੈ। ਉਹਨਾਂ ਅਨੁਸਾਰ ਇਹ ਘਟਨਾ ਸਰਹੱਦੀ ਪ੍ਰਬੰਧਨ ਅਤੇ ਰਾਜ ਦੀ ਦੂਜੀ ਰੱਖਿਆ ਲਾਈਨ ਦੇ ਪੂਰੀ ਤਰ੍ਹਾਂ ਫੇਲ ਹੋਣ ਨੂੰ ਦਰਸਾਉਂਦੀ ਹੈ। ਉਹਨਾਂ ਨੇ ਚਿੱਠੀ 'ਚ ਸਿਸਟਮ 'ਚ ਤਾਲਮੇਲ ਅਤੇ ਜਵਾਬਦੇਹੀ ਦੀ ਘਾਟ ਦਾ ਵੀ ਜ਼ਿਕਰ ਕੀਤਾ ਹੈ। ਇਸ ਦੇ ਨਾਲ ਹੀ ਰੰਧਾਵਾ ਨੇ ਗ੍ਰਹਿ ਮੰਤਰੀ ਅੱਗੇ ਇਸ ਮਾਮਲੇ 'ਚ 19 ਸਾਲਾ ਨੌਜਵਾਨ ਦੇ ਪੁਲਿਸ ਮੁਕਾਬਲੇ 'ਚ ਮਾਰੇ ਜਾਣ ਦਾ ਮਸਲਾ ਵੀ ਚੁੱਕਿਆ ਹੈ। ਸੁਖਜਿੰਦਰ ਰੰਧਾਵਾ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਤੁਰੰਤ NIA ਜਾਂ CBI ਨੂੰ ਸੌਂਪੀ ਜਾਵੇ ਤਾਂ ਜੋ ਅੰਤਰਰਾਸ਼ਟਰੀ ਸਬੰਧਾਂ ਅਤੇ ਸਾਜ਼ਿਸ਼ਾਂ ਦਾ ਪਰਦਾਫਾਸ਼ ਹੋ ਸਕੇ। ਦਿੱਲੀ ਵਿਧਾਨ ਸਭਾ 'ਚ ਬੀਤੀ 6 ਜਨਵਰੀ ਨੂੰ ਵਾਪਰੀ ਬੇਅਦਬੀ ਦੀ ਮੰਦਭਾਗੀ ਘਟਨਾ ਨੂੰ ਲੈ ਕੇ
शुक्रवार ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਦੀ ਇੱਕ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਸਪੀਕਰ ਵਿਜੇਂਦਰ ਗੁਪਤਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਦੇ ਸੰਬੰਧ 'ਚ ਪੰਜਾਬ ਪੁਲਿਸ ਦੇ ਅਧਿਕਾਰੀ ਤੇ ਪੰਜਾਬ ਦੇ ACM ਹੋਮ ਕਮੇਟੀ ਸਾਹਮਣੇ ਪੇਸ਼ ਹੋਏ ਸਨ। ਸਪੀਕਰ ਨੇ ਦੱਸਿਆ ਕਿ ਫਿਲਹਾਲ ਕਮੇਟੀ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ ਤੇ ਇਹ ਕਹਿਣਾ ਮੁਸ਼ਕਿਲ ਹੈ ਕਿ ਇਹ ਕਾਰਵਾਈ ਕਦੋਂ ਤੱਕ ਮੁਕੰਮਲ ਹੋਵੇਗੀ। ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਜਦੋਂ ਕਮੇਟੀ ਆਪਣੀ ਰਿਪੋਰਟ ਤਿਆਰ ਕਰ ਲਵੇਗੀ ਤਾਂ ਉਸ ਨੂੰ ਸਦਨ ਦੀ ਮੇਜ਼ ਤੇ ਰੱਖਿਆ ਜਾਵੇਗਾ। ਕਮੇਟੀ ਦੀਆਂ ਸਿਫਾਰਿਸ਼ਾਂ ਤੇ ਵਿਚਾਰ ਕਰਨ ਤੋਂ ਬਾਅਦ ਹੀ ਚੇਅਰ ਵੱਲੋਂ ਅੰਤਿਮ ਫੈਸਲਾ ਲਿਆ ਜਾਵੇਗਾ। ਉਹਨਾਂ ਨੇ ਸਖਤ ਸ਼ਬਦਾਂ 'ਚ ਕਿਹਾ ਹੈ ਕਿ ਦਿੱਲੀ ਵਿਧਾਨ ਸਭਾ ਦੇ ਵਿਸ਼ੇਸ਼ ਅਧਿਕਾਰਾਂ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਦਨ ਦੀ ਆਪਣੀ ਇੱਕ ਮਰਿਆਦਾ ਹੁੰਦੀ ਹੈ। ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ ਸਾਹਮਣੇ ਆਈ ਹੈ। ਮੌਸਮ ਵਿਭਾਗ ਅਨੁਸਾਰ 3 ਮਾਰਚ ਤੱਕ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ 'ਚ ਮੌਸਮ ਸੰਬੰਧੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ 'ਚ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਵੱਲੋਂ ਜਾਰੀ ਰਿਪੋਰਟ ਮੁਤਾਬਿਕ ਸੂਬੇ ਦੇ ਸਾਰੇ ਜ਼ਿਲ੍ਹਿਆਂ ਜਿਵੇਂ ਕਿ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਤੇ ਬਠਿੰਡਾ 'ਚ ਮੌਸਮ ਸਾਫ਼ ਰਹੇਗਾ ਤੇ ਕੋਈ ਚੇਤਾਵਨੀ ਨਹੀਂ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਅੜਗੱਜ ਨੇ ਬੀਤੇ ਦਿਨੀ SGPC ਵੱਲੋਂ ਗਿਆਨੀ ਰਘਵੀਰ ਸਿੰਘ ਤੇ ਸੁਣਾਏ ਗਏ ਫੈਸਲੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਕੁਲਦੀਪ ਸਿੰਘ ਅੜਗੱਜ ਨੇ ਕਿਹਾ ਕਿ ਇਹ SGPC ਦਾ ਮਸਲਾ ਹੈ ਅਤੇ ਜੋ ਵੀ ਕੀਤਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਗਿਆਨੀ ਰਘਵੀਰ ਸਿੰਘ ਵੱਲੋਂ ਲਾਏ ਗਏ ਇਲਜ਼ਾਮਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਤੇ ਸੱਚ ਦੁਨੀਆ ਦੇ ਸਾਹਮਣੇ ਲਿਆਉਣਾ ਚਾਹੀਦਾ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ PSPCL ਦੀ ਕਿਸੇ ਵੀ ਜਾਇਦਾਦ ਨੂੰ ਨਾ ਵੇਚਣ ਦੇ ਦਿੱਤੇ ਹੁਕਮਾਂ ਤੋਂ ਲਗਭਗ ਇੱਕ ਹਫ਼ਤੇ ਬਾਅਦ ਇੱਕ ਡਿਵੀਜ਼ਨ ਬੈਂਚ ਨੇ ਸਪਸ਼ਟ ਕੀਤਾ ਹੈ ਕਿ ਇਹ ਅੰਤਰਿਮ ਰੋਕ ਘੱਟੋ ਘੱਟ 13 ਮਾਰਚ ਤੱਕ ਜਾਰੀ ਰਹੇਗੀ ਜੋ ਕਿ ਇਸ ਮਾਮਲੇ ਦੀ ਅਗਲੀ ਸੁਣਵਾਈ ਦੀ ਤਾਰੀਖ ਹੈ। ਇਹ ਨਿਰਦੇਸ਼ ਪੰਜਾਬ ਸਰਕਾਰ ਦੀ ਉਸ ਕਾਰਵਾਈ ਦੇ ਵਿਚਕਾਰ ਆਇਆ ਹੈ ਜਿਸ ਵਿੱਚ ਸਟੇ ਨੂੰ ਹਟਾਉਣ ਦੀ ਮੰਗ ਕੀਤੀ ਗਈ ਸੀ। ਸਰਕਾਰ ਨੇ ਦਲੀਲ ਦਿੱਤੀ ਸੀ ਕਿ ਜਾਇਦਾਦ ਤਬਦੀਲ ਕਰਨ ਦਾ ਫੈਸਲਾ ਵਿਕਾਸ ਮੁਖੀ ਹੈ ਤੇ ਇਹ 30 ਸਾਲ ਪੁਰਾਣੀ ਨੀਤੀ ਤੇ ਆਧਾਰਿਤ ਹੈ ਜਿਸ ਨੂੰ ਕਦੇ ਚੁਣੌਤੀ ਨਹੀਂ ਦਿੱਤੀ ਗਈ ਹੈ ਤੇ PSPCL ਨੇ 6.215 ਕਰੋੜ ਦਾ ਮੁਨਾਫਾ ਦਰਜ ਕੀਤਾ ਹੈ। ਇਹਨਾਂ ਦਲੀਲਾਂ ਦਾ ਪਟੀਸ਼ਨਰ ਦੇ ਵਕੀਲ ਬਲਤੇਜ ਸਿੰਘ सिद्धू ने सख्त विरोध किया है। देखिए ऐसा है कि मेरे को बाकी तो ये इन्वेस्टिगेशन का मैटर है, पुलिस और इन्वेस्टिगेशन एजेंसीज करें। पुलिस का वर्जन ऑलरेडी आ चुका, आप सारे भी बड़े सीनियर पत्रकार हैं, आप भी पता कीजिए। लेकिन मेरे को ये चीज समझ नहीं आ रही कि ये जितने विरोधी हैं जिनका आप आज नाम ले रहे हो, इनको जो 2 जवान पुलिस वाले जो मारे गए, जो शहीद हो गए, उन पे तो किसी ने आंसू नहीं बहाए, उनके परिवार का दर्द किसी ने नहीं बांटा। लेकिन सिर्फ और सिर्फ पंजाब सरकार को, पंजाब पुलिस को बदनाम करने के लिए उसे फेक एनकाउंटर बनाने में जरूर लगे हुए हैं। सो मेरे कहने का मतलब ये है, आपके जरिए मैं विरोधियों को अपील करूंगा कि कृपया करके अपनी राजनीतिक रोटियां इतने हल्के तरीके से ना सेको कि जो 2 पुलिस वाले जवान मार दिए गए उनके बारे में बात करने की बजाय आप एनकाउंटर को फेक एनकाउंटर शो करने लोगे, ये वाजिब नहीं है। कोई बात नहीं जी, वो तो देखिए मुख्यमंत्री जो कि होम मिनिस्टर में मान साहब, वो उनका प्रेरोगेटिव है और आने वाले दिनों में मान साहब उसके ऊपर डिसाइड करेंगे। पंजाबी सिंगर, 2 पंजाबी सिंगर की सिक्योरिटी विड्रॉ की गई है, उन्होंने लेकर सरकार की कुछ कहना चाहूंगी क्योंकि सरकार ने कहती है सिक्योरिटी विड्रॉ हुई है। पहला भी सिद्धू मूसेवाला वाला जो इंसिडेंट हुआ ਸੀ ਉਹਦੇ ਤੇ ਵੀ ਕਾਫੀ ਸਵਾਲ ਉੱਠੇ। ਉਹ ਸਰਕਾਰ ਇਹ ਤੁਸੀਂ ਦੇਖੋ, ਮੈਨੂੰ ਖੈਰ ਇਹਦੇ ਬਾਰੇ ਇਹਦਾ ਇਨਸਾਈਟ ਡਿਸੀਜਨ ਕੀ ਹੈ ਉਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ ਕਿਉਂਕਿ ਉਹ ਜਾਂ CM ਸਾਹਿਬ ਐਜ਼ CM ਐਂਡ ਹੋਮ ਮਿਨਿਸਟਰ ਦੱਸ ਸਕਦੇ ਨੇ ਵੀ ਇੰਟਰਨਲ ਕੀ ਇਸ਼ੂ ਹੈ ਜਾਂ DGP ਸਾਹਿਬ ਦੱਸ ਸਕਦੇ ਨੇ। ਪਰ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗਾ, ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਸਰਕਾਰ ਦੇ ਕਹੇ ਤੇ ਹੋਇਆ? ਹੋ ਸਕਦਾ ਪੁਲਿਸ ਦਾ ਆਪਦਾ ਫੈਸਲਾ ਹੋਵੇ। ਇਹਦੇ ਬਾਰੇ ਲੈਟ ਮੀ ਇਨਕੁਆਇਰ ਇਟ ਫਰੋਮ ਦ DGP ਐਂਡ CMO, then I'll get back to you. Thank you. झूठे केस डालकर जेल में डाल दिया गया था, शराब घोटाला उसका नाम देकर, ताकि आम आदमी पार्टी को रोका जा सके। आम आदमी पार्टी जो पूरे देश में फैलती जा रही है उसको रोका जा सके। आज उसका फैसला आया है और सबको बरी कर दिया गया है। सच का सूरज निकला है।
रात अगर लंबी हो जाए इसका मतलब ये नहीं कि सूरज मर गया। सूरज निकलता है, सच का सूरज हमेशा निकलता है। तो मैं बधाई देना चाहूंगा उन लोगों को जिन्होंने दुआएं की, क्योंकि दुआओं का असर होता है। जिन्होंने मन्नतें मांगी, और उन लोगों को बहुत बहुत बधाई देना चाहूंगा जो देश में ईमानदार राजनीति के समर्थक हैं। आज कोर्ट ने फैसला सुनाया तो उसके बाद सीबीआई की कार्यशैली पर क्वेश्चन मार्क उठने लगे। क्या आकाओं के कहने पर किसी को भी अंदर कर देते हैं? इलेक्शन के समय किसी को भी अंदर कर दो। हमारी पूरी आम आदमी पार्टी की डिसीजन मेकिंग टीम को अंदर कर दिया गया ताकि वो दिल्ली की इलेक्शन को अच्छे तरीके से ना लड़ सके। दिल्ली जीतनी है, ऐसे सत्ता जो है मिल तो जाएगी लेकिन ज्यादा देर रहेगी नहीं। ऐसे एक ना एक दिन तो सच बाहर आ ही जाता है। हुकूमत वो करते हैं जिनका दिलों पर राज होता है। यूं कहने को तो मुर्गे के सर पे भी ताज होता है। अरविंद केजरीवाल लोगों के दिलों पर राज करते हैं, इसीलिए लोग उनके साथ हैं। चाहे गुजरात, चाहे पंजाब, चाहे गोवा, मध्य प्रदेश, जहां भी जाते हैं लोग अरविंद केजरीवाल को देखने आते हैं, सुनने आते हैं, क्योंकि वो सच बोलता है। और हमने कोई पार्टी पैसे कमाने के लिए नहीं बनाई थी। हम लोग तो पहले ही अपने अपने प्रोफेशन में अच्छे पैसे कमा रहे थे, अपने घर की जो रोटी खा रहे थे, कमाई कर रहे थे। अरविंद केजरीवाल इनकम टैक्स के ज्वाइंट कमिश्नर थे, उनकी धर्मपत्नी इनकम टैक्स की ज्वाइंट कमिश्नर थी। मैं एक आर्टिस्ट था, फेमस आर्टिस्ट था, बॉलीवुड में था मैं। मनीष सिसोदिया पत्रकार थे। हम तो बहुत बड़ी अच्छे तरीके से अपना घर चला रहे थे। हमें क्या लेना देना था राजनीति से, ये इल्जामों से, ये फालतू की आलोचना से। लेकिन देश के लिए हमारा फर्ज बनता कि कोई तो विरोध करे ना इनका। ये तो मिलकर खेल रहे थे। बीजेपी जो है वो मिलकर खेल रही थी। दो पार्टियों का राज चल रहा था। 5 साल वो, 5 साल वो, 5 साल मैं, 5 साल तू, ऐसे चल रहा था। अब तीसरे को नहीं आना देना चाहते थे। जो भी इस देश में जो भी भ्रष्ट सिस्टम को बदलने की बात करेगा तो उसको ऐसी यातनाएं झेलनी पड़ेंगी, क्योंकि उस भ्रष्ट सिस्टम के जो बेनिफिशियरी होते हैं, जो उससे फायदा उठाते हैं, वो बाउंस बैक करते हैं। कैसे कैसे सिस्टम बदल दोगे जी? अंदर कर दो इनको, चलो जीत गए जीत गए। अब तो एसआईआर कितना बवाल देश में हो रहा है उस पर कि अपनी ही जनता बना रहे हैं। बीजेपी वाले अपनी जनता ही बना रहे हैं कि हमें आम पब्लिक की जरूरत नहीं है वोट के लिए। जो पहले थोड़े बहुत हाथ जोड़ते थे इलेक्शन के समय, वो भी जरूरत नहीं रही। हरियाणा में वोट डलवाकर 5 दिन के बाद महाराष्ट्र में वोट रखे, उनको रेलगाड़ियों में भरकर महाराष्ट्र ले जाओ। महाराष्ट्र के बाद बिहार के वोट रखो, वहां बिहार में ले जाओ, बिहार से असम ले जाओ। अपनी ही जनता लेके घूम रहे हैं देश में। ये लोकतंत्र के लिए बहुत ही खतरनाक है। मोदी साहब, अमित शाह जी, आप सत्ता चाहते हो, राज करना चाहते हो, खुशी से करिए, लेकिन देश की समस्याओं को हल करके लोगों का दिल जीत कर वोट लीजिए, दिल जीत कर खुद जीतिए। बिजली की समस्या पूरे देश की, बेरोजगारी पूरे देश की सबसे बड़ी समस्या, गरीबी, महंगाई, शिक्षा, स्कूलों का बुरा हाल है, सड़कें, इंफ्रास्ट्रक्चर, उसकी कोई बात नहीं करता। आप लोग नफरत की, धर्म की, और इसकी पार्टी तोड़ दो, इसका निशान ले लो, इसकी पार्टी का निशान फ्रीज कर दो, चुनाव चिन्ह छीन लो, पहले इल्जाम लगा दो 17,000 करोड़ का, फिर उसके बाद उस बंदे को डिप्टी सीएम बना दो, अपनी जो वॉशिंग मशीन है उसमें धुल गया वो, अब ठीक हो गया है। मतलब हद है। ऐसे विश्व गुरु बनोगे क्या? अरविंद केजरीवाल कट्टर ईमानदार बंदा है। हम लोगों ने अपने करियर छोड़े हैं सर, अच्छे भले चलते करियर छोड़े हैं। जेल जाने के लिए हम तैयार हैं, कोई ऐसी बात नहीं है। हम वो पत्ते नहीं जो शाख से टूटकर गिर जाएंगे, हम वो पत्ते नहीं जो शाख से टूटकर गिर जाएंगे। आंधियों को कह दो अपनी औकात में रहें। हम लोग देश के लिए लड़ रहे हैं सर। हम लोगों को देश चाहिए नंबर 1। ये घोटाला नंबर 1, ये इधर की तिकड़मबाजी, वो ये नहीं चाहिए हम। शहीद आजम भगत सिंह को कभी भी चिंता नहीं थी इस बात की कि आजादी आएगी या नहीं, आजादी मिलेगी या नहीं।
लेकिन उनको इस बात की बहुत चिंता थी कि आजादी के बाद देश कौन से हाथों में जाएगा, और उनकी चिंता बिल्कुल सही साबित हुई है। भगत सिंह ने अपनी एक चिट्ठी में लिखा था, जो चिट्ठियां भगत सिंह की चिट्ठियों की किताब है, उसमें लिखा था कि इश्क करना सबका पैदाइशी हक है, क्यों ना इस बार वतन की सरजमी को महबूब बना लिया जाए। वतन की सरजमी को महबूब मानने वाले उन लोगों की आत्माएं तड़प रही होंगी जब वो देख रहे होंगे कि ये आजादी है, ये आजादी मिली है हमें। रिश्वत चल रही है, करप्शन चल रही है, कचहरियों में लोग धक्के खा रहे हैं, खज्जल खुआर हो रहे हैं, कोई नहीं पूछता। नौकरी के लिए पैसा, पेपर लीक हो रहे हैं, पता नहीं कौन कौन से जो बच्चे हैं वो कौन कौन से हालातों से निकल के पढ़ रहे हैं, लेकिन पता चलता है एक रात पहले पेपर लीक हो गया, बड़े बंदे पेपर खरीद के ले गए और नौकरियां मिल गई। ये अच्छा नहीं है मोदी जी, ये अच्छा नहीं है अमित शाह जी। आप लोग देश चला रहे हो, लेकिन जिस तरीके से चला रहे हो उस पर आपत्ति है। आप दबंगई तरीके से देश को चला रहे हो, डेमोक्रेटर बन गए हो आप, डेमोक्रेटिक तरीके से चुने हुए डिक्टेटर। ये अच्छा नहीं है। लंबे सफर को मीलों में मत बांटिए, कौम को कबीलों में मत बांटिए। एक बहता दरिया है मेरा भारत देश, इसको नदियों और झीलों में मत बांटिए। नफरत, धर्म, जाति मत बांटिए प्लीज। बड़ा देश है, एक गुलदस्ता है देश, गुलदस्ते में हर रंग का फूल होना चाहिए, हर फूल की अपनी सुगंध होनी चाहिए। आप चाहते हो गुलदस्ते में सिर्फ एक ही रंग के फूल हो? गुलदस्ते में अगर एक ही रंग के फूल हो तो ज्यादा देर उसको देखा नहीं जा सकता, मन उब जाता है। डेमोक्रेटिक राइट है, आप भी लड़िए, हम भी लड़ेंगे, आप अपना काम बताइए, हम अपना काम बताइए। दिल्ली में 30,000 करोड़ का बजट था जब अरविंद केजरीवाल जी ने सरकार संभाली, तो जब तक 2025 में आप आए तब तक 66,000 करोड़ का बजट हो चुका था। बिजली भी दिल्ली में फ्री मिलती थी, स्कूल बहुत अच्छे हो गए, लोग प्राइवेट स्कूलों से बच्चों को निकालकर सरकारी